अस्सलाम वालेकुम रहमतुल्लाह। पुराने दौर ਦੇ ਵਿੱਚ ਵੱਡੇ ਵੱਡੇ ਸ਼ਾਗਿਰਦ ਜਿਹੜੇ ਸੀ ਉਹ ਉਸਤਾਦਾਂ ਕੋਲ ਪੜ੍ਹਦੇ ਹੁੰਦੇ ਸੀ। ਇੱਕ ਉਸਤਾਦ ਸਾਹਿਬ ਨੇ ਆਪਣੀ ਕਲਾਸ ਲਾਈ ਹੁੰਦੀ ਸੀ ਤੇ ਉਹਦੇ ਵਿੱਚ ਇੱਕ ਸ਼ਾਗਿਰਦ ਸੀ, ਉਹਦੀ ਸ਼ਾਦੀ ਵੀ ਹੋਈ ਸੀ। ਉਸਤਾਦ ਸਾਹਿਬ ਨੇ ਬਜ਼ਾਤੇ ਖੁਦ ਦੋ ਸ਼ਾਦੀਆਂ ਕਰਵਾਈਆਂ ਸੀ ਤੇ ਉਹ ਸ਼ਾਗਿਰਦ ਸੀ ਜਿਹੜਾ, ਉਹਦੀ ਇੱਕ ਸ਼ਾਦੀ ਹੋਈ ਸੀ ਤੇ ਉਸਤਾਦ ਸਾਹਿਬ ਅਕਸਰ ਸ਼ਾਗਿਰਦ ਨੂੰ ਇਹ ਆਂਦੇ ਰਹਿੰਦੇ ਸੀ ਵੀ ਤੂੰ ਇੱਕ ਸ਼ਾਦੀ ਕਰਵਾਈਏ, ਇੱਕ ਸ਼ਾਦੀ ਦਾ ਕੀ ਮਜ਼ਾ ਹੈ। ਮਜ਼ੇ ਦੋ ਸ਼ਾਦੀਆਂ ਨੇ। ਅਕਸਰ ਜਿਹੜਾ ਨਾ ਉਹਨਾਂ ਦਾ ਇਹ ਜੁਮਲਾ ਰਿਪੀਟ ਹੁੰਦਾ ਰਹਿੰਦਾ ਸੀ ਤੇ ਸ਼ਾਗਿਰਦ ਇਹ ਜੁਮਲਾ ਸੁਣ ਕੇ ਤੇ ਆਪਣੇ ਦਿਮਾਗ ਦੇ ਵਿੱਚ ਬਿਠਾਉਂਦਾ ਗਿਆ ਤੇ ਉਹਨੇ ਇਹ ਜ਼ਿਹਨ ਬਣਾ ਲਿਆ ਵੀ ਮੇਰੀ ਇੱਕ ਸ਼ਾਦੀ ਏ ਤੇ ਵਾਕਿਆ ਹੀ ਮੈਨੂੰ ਵੀ ਦੋ ਸ਼ਾਦੀਆਂ ਕਰਾਉਣੀਆਂ ਚਾਹੀਦੀਆਂ। ਉਹਨੇ ਕੋਸ਼ਿਸ਼ ਕੀਤੀ ਤੇ ਸ਼ਾਗਿਰਦ ਜਿਹੜਾ ਸੀ ਉਹਨੇ ਵੀ ਦੋ ਹੀ ਸ਼ਾਦੀਆਂ ਕਰਵਾ ਲਈਆਂ। ਹੁਣ ਜਿਹੜੀ ਦੂਸਰੀ ਬੀਵੀ ਏ ਉਹਨੂੰ ਲਿਆ ਕੇ ਇੱਕ ਅਲੱਗ ਘਰ ਲੈ ਦਿੱਤਾ ਹੈ। ਉਸ ਘਰ ਦੇ ਵਿੱਚ ਉਹਦੀ ਰਿਹਾਇਸ਼ ਕਰਵਾ ਦਿੱਤੀ ਹੈ ਤੇ ਜਿਹੜਾ ਉਹ ਸ਼ਾਗਿਰਦ ਸੀ ਉਸਤਾਦ ਸਾਹਿਬ ਦੇ ਕੋਲ ਪੜ੍ਹਨ ਆਇਆ ਤੇ ਪੜ੍ਹਦੇ ਕਾਫੀ ਦੇਰ ਹੋ ਗਈ, ਛੁੱਟੀ ਹੋ ਗਈ। ਦੋਸਤਾਂ ਨੇ ਰੋਕ ਲਿਆ ਤੇ ਸ਼ਾਦੀ ਦੀਆਂ ਮੁਬਾਰਕਬਾਦਾਂ ਜਿਹੜੀਆਂ ਨੇ ਉਹ ਦੇਣ ਲੱਗ ਪਏ। ਕੋਈ ਛੋਟੀਆਂ ਮੋਟੀਆਂ ਪਾਰਟੀਆਂ ਵੀ ਹੋਈਆਂ ਉੱਥੇ ਤੇ ਦੋਸਤਾਂ ਨਾਲ ਬੜੀਆਂ ਖੁਸ਼ ਗੱਪੀਆਂ ਹੋ ਰਹੀਆਂ ਨੇ। ਜਦੋਂ ਉਹ ਫਾਰਗ ਹੋਇਆ ਤੇ ਉਹਨੇ ਸੋਚਿਆ ਵੀ ਜਿਹੜੀ ਮੇਰੀ ਨਵੀਂ ਬੀਵੀ ਹੈ ਮੈਨੂੰ ਉਧਰ ਜਾਣਾ ਚਾਹੀਦਾ ਹੈ ਤੇ ਪੁਰਾਣੀ ਬੀਵੀ ਜਿਹੜੀ ਹੈ ਉਧਰ ਬਾਅਦ 'ਚ ਜਾਵਾਂਗਾ ਦੂਸਰੇ ਦਿਨ। ਹੁਣ ਉਹ ਜਾ ਕੇ ਕੁੰਡੀ ਖੜਕਾਉਂਦਾ ਹੈ ਤੇ ਅੰਦਰੋਂ ਕੋਈ ਆਵਾਜ਼ ਨਹੀਂ ਆ ਰਹੀ। ਉਹਨੇ ਦੁਬਾਰਾ ਦਸਤਕ ਦਿੱਤੀ, ਫਿਰ ਤੀਸਰੀ ਵਾਰ ਦਸਤਕ ਦਿੱਤੀ। ਤੀਸਰੀ ਵਾਰ ਅੰਦਰੋਂ ਬੀਬੀ ਬੋਲਦੀ ਏ ਤੇ ਉਹਨੇ ਕਿਹਾ ਵੀ ਕੌਣ ਹੈ। ਉਹਨੇ ਦੱਸਿਆ ਆਪਣਾ ਨਾਂ ਵੀ ਮੈਂ ਤੇਰਾ ਸ਼ੌਹਰ ਹਾਂ ਤੇ ਦਰਵਾਜ਼ਾ ਖੋਲ੍ਹੋ। ਉਹਨੇ ਆਹ ਵੀ ਇੰਨਾ ਚਿਰ ਜਿਹੜਾ ਅੱਧੀ ਰਾਤ ਹੋ ਗਈ ਏ ਤੇ ਜਿਹੜੀ ਚੜੇਲ ਦੇ ਕੋਲ ਤੂੰ ਬੈਠਾ ਰਿਹਾ ਉੱਥੇ ਹੀ ਚਲਾ ਜਾ। ਉਹਨੇ ਬੜਾ ਯਕੀਨ ਦਵਾਇਆ। ਉਹਨੂੰ ਕਿਹਾ ਵੀ ਮੈਂ ਕਿਸੇ ਚੜੇਲ ਦੇ ਕੋਲ ਨਹੀਂ ਬੈਠਾ ਰਿਹਾ, ਮੈਂ ਮਸਜਿਦ ਦੇ ਵਿੱਚ ਸਾਂ, ਉਸਤਾਦ ਸਾਹਿਬ ਦੇ ਕੋਲ ਬੈਠੇ ਸਾਂ। ਬੈਠਿਆਂ ਦੇਰ ਹੋ ਗਈ, ਫਿਰ ਸ਼ਾਗਿਰਦਾਂ ਨੇ ਮੈਨੂੰ ਰੋਕ ਲਿਆ। ਉੱਥੇ ਕਾਫੀ ਜਿਹੜਾ ਮਹਿਫਲ ਹੁੰਦੀ ਰਹੀ, ਬੈਠੇ ਰਹਿ ਤੇ ਮੈਨੂੰ ਉੱਥੇ ਦੇਰ ਹੋ ਗਈ ਏ, ਤੂੰ ਦਰਵਾਜ਼ਾ ਖੋਲ ਤੇ ਮੈਂ ਸਿੱਧਾ ਤੇਰੇ ਕੋਲ ਹੀ ਆਇਆ। ਉਹਨੇ ਕਿਹਾ ਨਾ ਮੈਨੂੰ ਤੇਰੀ ਕਿਸੇ ਗੱਲ ਦਾ ਯਕੀਨ ਨਹੀਂ ਹੈਗਾ, ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਜਿਹੜੀ ਚੜੇਲ ਦੇ ਕੋਲ ਤੂੰ ਅੱਧੀ ਰਾਤ ਗੁਜ਼ਾਰੀ ਏ ਬਾਕੀ ਵੀ ਅੱਧੀ ਰਾਤ ਉੱਥੇ ਜਾ ਕੇ ਗੁਜ਼ਾਰ ਦੇ। ਹੁਣ ਉਹਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ। ਬੀਵੀ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਦੀ ਪਈ। ਰਾਤ ਦਾ ਹਨੇਰਾ ਹੈ। ਗਲੀ ਦੀ ਦੀਵਾਰ ਦੇ ਨਾਲ ਲਾ ਕੇ ਉਹ ਖੜਾ ਹੈ ਤੇ ਸੋਚਦਾ ਹੈ ਪਿਆ ਵੀ ਅਗਰ ਕੋਈ ਬੰਦਾ ਇੱਥੋਂ ਗੁਜ਼ਰੇਦਾ ਤੇ ਉਹ ਕੀ ਕਵੇਗਾ ਵੀ ਇਹ ਕੋਈ ਚੋਰ ਏ ਜਾਂ ਡਾਕੂ ਏ ਜਾਂ ਇੱਥੇ ਕਿਉਂ ਖੜਾ ਹੈ। ਹੁਣ ਉਹਨੇ ਸੋਚਿਆ ਵੀ ਚਲੋ ਇਹ ਤਾਂ ਦਰਵਾਜ਼ਾ ਨਹੀਂ ਖੋਲ੍ਹਦੀ, ਮੈਂ ਆਪਣੇ ਦੂਸਰੇ ਘਰ ਦੇ ਵਿੱਚ ਚਲਾ ਜਾਣਾ। ਉਹ ਫਿਲ ਫੌਰ ਜਾ ਕੇ ਦੂਸਰੇ ਘਰ ਦੇ ਵਿੱਚ ਜਾ ਕੇ ਸਾਹਮਣੇ ਤੇ ਦਸਤਕ ਦਿੰਦਾ ਹੈ। ਇੱਕ ਦਫਾ ਦਸਤਕ ਦਿੱਤੀ, ਦੂਸਰੀ ਦਫਾ ਦਿੱਤੀ, ਅੰਦਰੋਂ ਕੋਈ ਆਵਾਜ਼ ਨਹੀਂ ਆਈ। ਜਦੋਂ ਤੀਸਰੀ ਦਫਾ ਜ਼ੋਰ ਦੇ ਨਾਲ ਦਸਤਕ ਦਿੱਤੀ, ਦਰਵਾਜ਼ਾ ਖਟਖਟਾਇਆ, ਅੰਦਰੋਂ ਆਵਾਜ਼ ਆ ਗਈ ਵੀ ਤੁਸੀਂ ਕੌਣ ਜੇ। ਉਹਨਾਂ ਦੱਸਿਆ ਵੀ ਮੈਂ ਤੇਰਾ ਸ਼ੌਹਰ ਹਾਂ। ਉਹਨੇ ਆਹ ਜਿਹੜੀ ਚੜੇਲ ਦੇ ਕੋਲ ਤੂੰ ਅੱਧੀ ਰਾਤ ਗੁਜ਼ਾਰੀ ਏ ਉੱਤੋਂ ਰਾਤ ਦਾ 1 ਵੱਜਦਾ ਪਿਆ, ਹੁਣ ਤੂੰ ਆਣ ਕੇ ਤੇ ਮੇਰਾ ਬੂਹਾ ਪਿਆ ਖੜਕਾਣਾ, ਤੂੰ ਉਸੇ ਦੇ ਕੋਲ ਹੀ ਜਾ ਕੇ ਤੇ ਆਪਣੀ ਬਾਕੀ ਵੀ ਅੱਧੀ ਰਾਤ ਗੁਜ਼ਾਰ। ਬੜਾ ਪਰੇਸ਼ਾਨ ਹੋ ਗਿਆ। ਉਹਨੇ ਸੋਚਿਆ ਵੀ ਨਾ ਨਵੀਂ ਬੀਵੀ ਦਰਵਾਜ਼ਾ ਖੋਲ੍ਹਦੀ ਪਈ, ਨਾ ਪੁਰਾਣੀ ਵੀ ਖੋਲ੍ਹਦੀ। ਉੱਤੋਂ 1 ਵੱਜ ਗਿਆ ਰਾਤ ਦਾ, ਆਰਾਮ ਵੀ ਕਰਨਾ, ਸਵੇਰੇ ਉੱਠਣਾ, ਨਮਾਜ਼ ਵੀ ਅਦਾ ਕਰਨੀ ਹੈ, ਉਸ ਤੋਂ ਬਾਅਦ ਤਾਲੀਮ ਵੀ ਹਾਸਲ ਕਰਨੀ ਹੈ ਤੇ ਮੈਂ ਕੀ ਕਰਾਂ। ਸੋਚਦਾ ਪਿਆ। ਉਹਦੇ ਜ਼ਿਹਨ ਦੇ ਵਿੱਚ ਇੱਕ ਖਿਆਲ ਆ ਗਿਆ। ਉਹਨੇ ਕਿਹਾ ਵੀ ਚਲੋ ਮਸਜਿਦ ਵਿੱਚ ਚਲੇ ਚੱਲਦੇ ਆ, ਉੱਥੇ ਜਾ ਕੇ ਤੇ ਆਰਾਮ ਕਰਨੇ ਆ, ਸੁਬਾਹ ਨਮਾਜ਼ ਵੀ ਉੱਥੇ ਹੀ ਪੜ੍ਹ ਲਵਾਂਗੇ, ਕਲਾਸ ਵੀ ਉੱਥੇ ਹੀ ਅਟੈਂਡ ਕਰ ਲਵਾਂਗੇ। ਹੁਣ ਉਹ ਮਸਜਿਦ ਵਿੱਚ ਆਉਂਦਾ। ਇਹ ਦੌਰ ਨਹੀਂ ਸੀ ਹੈਗਾ, ਲਾਈਟਾਂ ਕੋਈ ਨਹੀਂ ਸੀ, ਬਿਜਲੀ ਦਾ ਦੌਰ ਨਹੀਂ ਸੀ। ਉਦੋਂ ਦੀਵੇ ਦਾ ਤੇ ਮੋਮਬੱਤੀ ਤੇ ਲਾਲਟੈਨ ਦਾ ਦੌਰ ਸੀ, ਉਹ ਵੀ ਉੱਥੇ ਕੋਈ ਨਹੀਂ ਸੀ। ਅੰਦਰ ਵੜ ਕੇ ਵੇਂਹਦਾ, ਇੱਕ ਸਾਈਡ ਦੇ ਉੱਤੇ ਸਫਾਂ ਦੀ ਢੇਰੀ ਲੱਗੀ ਹੁੰਦੀ ਏ ਤੇ ਜਾ ਕੇ ਸੋਚਿਆ ਵੀ ਇੱਥੋਂ ਮੈਂ ਇੱਕ ਸਾਫ ਕੱਢਣਾ, ਉਹਨੂੰ ਵਿਛਾ ਲੈਣਾ, ਇੱਕ ਚਟਾਈ ਲੈ ਲੈਣਾ, ਆਪਣੇ ਉੱਤੇ ਜਿਹੜਾ ਉਹਨੂੰ ਕਵਰ ਕਰ ਲਵਾਂ ਤੇ ਰਾਤ ਬਸਰ ਕਰ ਲਵਾਂ। ਜਾ ਕੇ ਇੱਕ ਸਾਫ ਖਿੱਚੀ ਤੇ ਸਾਫ ਜਿਹੜੀ ਏ ਉਹ ਕਾਫੀ ਵਜ਼ਨੀ ਮਹਿਸੂਸ ਹੋਈ। ਅੱਗੇ ਜਾ ਕੇ ਹੱਥ ਲਾਉਂਦਾ, ਹਨੇਰਾ ਹੁੰਦਾ, ਰੋਸ਼ਨੀ ਨਹੀਂ ਹੁੰਦੀ ਤੇ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਇਸ ਸਾਫ ਦੇ ਵਿੱਚ ਅੱਗੇ ਵੀ ਕੋਈ ਬੰਦਾ ਸੁੱਤਾ ਪਿਆ। ਉਹਨੂੰ ਜਾ ਕੇ ਹੱਥ ਨਾਲ ਹਿਲਾਇਆ
ਤੇ ਉਹਨੇ ਅੱਗੋਂ ਆਵਾਜ਼ ਦਿੱਤੀ ਵੀ ਕੌਣ ਸਾਹਿਬ ਹੈ। ਜਦੋਂ ਉਹਨੇ ਆਵਾਜ਼ ਦਿੱਤੀ ਤੇ ਸ਼ਾਗਿਰਦ ਨੇ ਪਹਿਚਾਣ ਲਿਆ ਵੀ ਇਹ ਤਾਂ ਮੇਰੇ ਉਸਤਾਦ ਮੁਹਤਰਮ ਜਿਹੜੇ ਨੇ ਉਹ ਸਫ਼ ਦੇ ਵਿੱਚ ਪਏ ਨੇ। ਤੇ ਸ਼ਾਗਿਰਦ ਨੇ ਕਿਹਾ ਵੀ ਉਸਤਾਦ ਜੀ ਤੁਸੀਂ ਇੱਥੇ? ਆਖਿਆ ਮੈਨੂੰ ਤੇਰੀ ਬੜੀ ਉਮੀਦ ਸੀ ਵੀ ਤੂੰ ਇੱਥੇ ਲਾਜ਼ਮੀ ਆਵੇਂਗਾ। ਜਦੋਂ ਦੀਆਂ ਮੈਂ 2 ਸ਼ਾਦੀਆਂ ਕਰਾਈਆਂ ਨੇ ਮੈਂ ਤਾਂ ਰਾਤ ਇੱਥੇ ਹੀ ਬਸਰ ਕਰਨਾ। ਤੈਨੂੰ ਮੈਂ ਤਾਂ ਵਾਸਤੇ ਹੀ ਮਸ਼ਵਰਾ ਦਿੰਦਾ ਸਾਂ ਵੀ ਮੈਂ ਇਕੱਲਾ ਹੁੰਦਾ ਸਾਂ, ਹੁਣ ਤੂੰ ਵੀ 2 ਸ਼ਾਦੀਆਂ ਕਰਵਾ ਲਈਆਂ ਨੇ ਤੇ ਤੂੰ ਵੀ ਇੱਥੇ ਨਾਲ ਵਾਲੀ ਸਾਫ ਦੇ ਵਿੱਚ ਪੈ ਜਾ ਤੇ ਚਟਾਈ ਉੱਤੇ ਲੈ ਲੈ। ਉਹ ਵੀ ਉੱਤੇ ਪੈ ਜਾਂਦਾ ਤੇ ਬੜਾ ਪਰੇਸ਼ਾਨ, ਦਿਲ ਦੇ ਵਿੱਚ ਬੜੀ ਪਰੇਸ਼ਾਨੀ ਆਉਂਦੀ ਵੀ ਮੈਂ ਇਹ ਕੀ ਕਰ ਬੈਠਾ। ਉਸਤਾਦ ਸਾਹਿਬ ਨੇ ਮੈਨੂੰ ਕਿਹੜੇ ਕੰਮ ਦੇ ਵਿੱਚ ਫਸਾ ਦਿੱਤਾ। ਗੱਲ ਕਰਨ ਦਾ ਮਕਸਦ ਇਹ ਆ ਵੀ ਕਿਸੇ ਦੀ ਗੱਲ ਸੁਣ ਕੇ, ਕਿਸੇ ਦਾ ਲਾਲਚ ਸੁਣ ਕੇ ਤੇ ਜਲਦੀ ਨਾਲ ਉਸ ਦੇ ਪਿੱਛੇ ਨਹੀਂ ਭੱਜ ਉੱਠੀਦਾ ਵੀ ਜਿਹੜਾ ਬੰਦਾ ਉਹ ਗੱਲ ਕਰਦਾ ਪਿਆ ਉਹ 100% ਹੀ ਠੀਕ ਹੈ। ਹੋ ਸਕਦਾ ਹੈ ਉਸ ਗੱਲ ਦੇ ਵਿੱਚ, ਉਸ ਕੰਮ ਦੇ ਵਿੱਚ ਨੁਕਸਾਨ ਹੋਵੇ। ਬੰਦੇ ਨੂੰ ਕੋਈ ਆਪਣੇ ਦਿਮਾਗ ਤੋਂ ਵੀ ਕੰਮ ਲੈ ਲੈਣਾ ਚਾਹੀਦਾ, ਕੋਈ ਸਮਝ ਬੂਝ ਦੇ ਨਾਲ ਉਹਨੂੰ ਉਹ ਕੰਮ ਕਰਨਾ ਚਾਹੀਦਾ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੈ, ਪਸੰਦ ਆਈ ਹੈ, ਇਹਨੂੰ ਅੱਗੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰਕੇ ਇੱਕ ਅੱਛਾ ਜਿਹਾ ਕਮੈਂਟ ਕਰ ਦੇਣਾ। अस्सलाम वालेकुम वरहमतुल्लाहि व बरकातुहू।